ਜ਼ਿਲ੍ਹਾ ਲਾਇਲਪੁਰ ਦੇ ਇਸ ਪਿੰਡ ਨੂੰ ਆਖਦੇ ਨੇ ਚੱਕ ਨੰਬਰ 88 ਗਾਫਬੇ ਰੂੜਾ। ਇਸ ਪਿੰਡ ਨੂੰ ਕਿੰਨੇ ਲੱਗਦੇ ਨੇ ਰਾਹ, ਇਸ ਪਿੰਡ ਦਾ ਕੀ ਇਹ ਮਾਜ਼ੀ ਤੇ ਇਤਿਹਾਸ, ਇਸ ਪਿੰਡ ਨੂੰ ਆਬਾਦ ਕਰਨ ਲਈ ਚੜ੍ਹਦੇ ਪੰਜਾਬ ਦੇ ਕਿਸ ਜ਼ਿਲ੍ਹੇ ਚੋਂ ਲੋਕ ਆ ਕੇ ਵਸੇ, ਇਸ ਪਿੰਡ ਦੇ ਵਿੱਚ ਕਿੰਨੇ ਵਸ ਰਹੇ ਸੀ ਮੁਕਾਮੀ ਲੋਕੀ, ਤੁਹਾਨੂੰ ਦੱਸਾਂਗੇ ਅੱਜ ਦੇ ਇਸ ਪ੍ਰੋਗਰਾਮ 'ਚ ਜਿਹਦਾ ਨਾਂ ਹੈ ਲਹਿੰਦੇ ਪੰਜਾਬ ਦੇ ਪਿੰਡ। ਸਾਡੇ ਨਾਲ ਜੁੜੇ ਰਹੋ। ਗੁਗੇਰਾ ਬ੍ਰਾਂਚ ਦੇ ਇਸ ਪਿੰਡ ਦਾ ਵੀ ਇਹ ਇਤਿਹਾਸ ਤੇ ਪਿਛੋਕੜ ਚੜ੍ਹਦੇ ਪੰਜਾਬ ਦੇ ਨਾਲ। ਇਸ ਪਿੰਡ ਦੀ ਕੀ ਇਹ ਤਾਰੀਖ, ਇਸ ਪਿੰਡ ਨੂੰ ਕਿਉਂ ਆਖਿਆ ਜਾਂਦਾ ਹੈ ਰੋੜਾ, ਇਸ ਪਿੰਡ ਦੇ ਵਿੱਚ ਹੋਰ ਕੀ ਵਸ ਰਹੇ ਨੇ ਲੋਕ, ਇਸ ਪਿੰਡ ਦੇ ਵਿੱਚ ਕਿੰਨੀਆਂ ਨੇ ਬਰਾਦਰੀਆਂ, ਇਸ ਪਿੰਡ ਦੇ ਵਿੱਚ ਕਿਹਦੀ ਹੈ ਪ੍ਰਧਾਨਗੀ ਤੇ ਲੋਕਾਂ ਦਾ ਕਿਵੇਂ ਹੈ ਆਪਸੀ ਪਿਆਰ। ਚੱਕ ਨੰਬਰ 88 ਗਾਫਬੇ ਰੂੜਾ ਕਿਸ ਸਿੱਖ ਜਰਨੈਲ ਦੇ ਨਾਮ ਤੇ ਕਾਇਮ ਕੀਤਾ ਗਿਆ? ਇਸ ਪਿੰਡ ਦੇ ਵਿੱਚ ਐਸਾ ਕੀ ਸੀ ਖਾਸ? ਇਸ ਪਿੰਡ ਨੂੰ ਕਿੰਨੇ ਲੱਗਦੇ ਨੇ ਰਾਹ? ਡਚਕੋਟ ਤੇ ਸਤਿਆਣੇ ਦੇ ਗੱਬੇ ਵਸਦੇ ਇਸ ਪਿੰਡ ਦਾ ਕਿਹੜਾ ਇਹ ਮਸ਼ਹੂਰ ਗਵਾਂਢੀ ਪਿੰਡ? ਇਸ ਪਿੰਡ ਨੂੰ ਕਿੰਨੇ ਲੱਗਦੇ ਨੇ ਮੋਗੇ? ਇਸ ਪਿੰਡ ਦੀਆਂ ਫਸਲਾਂ ਕਿਵੇਂ ਹੁੰਦੀਆਂ ਨੇ ਸਰਾਬ? ਮਿਹਨਤ ਮਜ਼ਦੂਰੀ ਹੈ ਇਸ ਪਿੰਡ ਦੇ ਲੋਕਾਂ ਦੀ ਪਛਾਣ। ਕਿਸੇ ਦੌਰ ਦੇ ਵਿੱਚ ਇਸ ਪਿੰਡ ਦੀ ਹਾਕੀ ਟੀਮ ਸੀ ਪੂਰੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਅੱਗੇ। ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਕਿੰਨੀਆਂ ਨੇ ਮਸਜਿਦਾਂ, ਇਸ ਪਿੰਡ ਦਾ ਕੀ ਇਹ ਤਾਲੀਮੀ ਨਿਜ਼ਾਮ, ਇਸ ਪਿੰਡ ਦੇ ਮੁੰਡੇ ਪੜ੍ਹ ਲਿਖ ਕੇ ਹੁਣ ਕਿਹੜੀਆਂ ਨੇ ਪੋਸਟਾਂ ਦੇ ਕਾਇਮ, ਇਸ ਪਿੰਡ ਦੇ ਵਿੱਚ ਹੋਰ ਕੀ ਹੈ ਖਾਸ? मेरा नाम जी डॉक्टर मुहम्मद शहबाज वट्टू है। वट्टू फैमिली तो मैं बिलोंग करदा। मेरा खानदान जिहड़ा है जी पाकिस्तान बनने तो जो पाकिस्तान माइग्रेट होया इधरों आए हैं असी, मेरे वालदैन माइग्रेट होकर डिस्ट्रिक्ट फिरोजपुर इंडिया तो इत्थे ही आए ने, उस वक्त तो ही असी इत्थे हैं। जिहड़ा है जी साडे पिंड दा नाम ਚੱਕ नंबर 88 गाहबे रूड़ा। बाकी असी तो ज़्यादा नहीं जानते, सुन सुनान च आया कि कोई जनरल रूड़ा सिंह हुंदा सी, उहदे नाम तो है मे भी, बाकी बेहतर सानू इस तो ज़्यादा नहीं इलम। तो इहदे मशरक दे विच 87 गाहबे बाबे दी बेर है और मगरब दे विच 258 रेबे फराला, शमाल दे विच 258 रेबे लम्मा पिंड है, जनूब दे विच टांडा 92 गाहबे टांडा है। मेन दो रास्ते ने, बाकी लोकल रास्ते तो होंदे ही ने, लेकिन मेन जोड़े दो रास्ते ने, एक फैसलाबाद तो आना है तो रास्ता डिचकोट है, डिचकोट तो 5 किलोमीटर है जी, डिचकोट के मशरक दे विच 5 किलोमीटर है। दूसरा रास्ता अगर मोटरवे ते आना है तो समुंदरी वाल दी भी आएगा, समुंदरियों फिर डिचकोट, डिचकोट तो इत्थे आ जाएगा। तीसरा रास्ता है सत्याने का, सत्याने तो 15 किलोमीटर है, 13 किलोमीटर। जित तक असी सुनिया जिहड़ा असी अपने वालदैन कोलों या लोगों कोलों सुनिया सी कि पाकिस्तान बनने तो पहले दा पिंड आबाद है, माइग्रेट होने तो साढ़े पाकिस्तान पार्टीशन होने तो पहले दा पिंड है। तो इत्थे कुछ लोग जिहड़े ने गुज्जर फैमिली दे, कुछ अराई फैमिली दे और क्रिश्चन ये जिहड़े ने इस ते वसेंदे हैगे ने, वो पाकिस्तान बनने तो पहले दी इत्थे बैठे ने।
ਇਹ ਮੁxtਲਿਫ ਥਾਵਾਂ ਤੋਂ ਆਏ ਨੇ। ਵੱਟੂ, ਭੱਟੀ ਤੇ ਜਿਹੜੇ ਰਾਜਪੂਤ ਨੇ ਇਹ ਜ਼ਿਆਦਾ ਹੈਗੇ ਨੇ ਫਿਰੋਜ਼ਪੁਰ ਜ਼ਿਲ੍ਹੇ ਤੋਂ। ਇਹ 3 ਬਰਾਦਰੀਆਂ ਜਿਹੜੀਆਂ ਆਈਆਂ ਨੇ ਇਹ ਡਿਸਟ੍ਰਿਕਟ ਫਿਰੋਜ਼ਪੁਰ ਤੋਂ ਇੱਕੋ ਪਿੰਡ 'ਚੋਂ ਆਏ ਨੇ ਤੇ ਇੱਕੋ ਜਗ੍ਹਾ 'ਤੇ ਆਣ ਕੇ ਬੈਠ ਗਏ ਨੇ। ਬਾਕੀ ਜਿਹੜੇ ਜੱਟ ਨੇ ਜਾਂ ਮੁxtਲਿਫ ਹੋਰ ਕੌਮਾਂ ਹੈਗੀਆਂ ਨੇ ਉਹ ਸਾਰੇ ਜਿਹੜੇ ਹੈਗੇ ਨੇ ਉਹ ਡਿਫਰੈਂਟ ਜਗ੍ਹਾ ਤੋਂ ਹੈਗੇ ਨੇ। ਕੋਈ ਹੁਸ਼ਿਆਰਪੁਰ ਦੇ ਨੇ, ਕੋਈ ਇਸੇ ਤਰ੍ਹਾਂ ਡਿਫਰੈਂਟ ਇੰਡੀਆ ਦੇ ਜਿਹੜੇ ਜ਼ਿਲ੍ਹਿਆਂ ਤੋਂ ਆਏ ਨੇ, ਮਿਕਸ ਹੈ। ਪੁਰਾਣੀ ਸ਼ਕਲ ਇਹ ਸੀ, ਖੂਹ ਹੈਗੇ ਸੀ, ਖੂਹ ਅਸੀਂ ਦੇਖੇ ਨੇ ਸਾਰੇ। ਸਾਡੀ ਆਪਣੀ ਵਕਤ ਦੇ ਵਿੱਚ ਜਿਹੜਾ ਅਸੀਂ ਸਕੂਲ ਟਾਈਮ ਗੁਜ਼ਾਰਿਆ ਉਹਦੇ ਵਿੱਚ ਅਸੀਂ ਖੂਹ ਸਾਰੇ ਦੇਖੇ ਨੇ। ਉਹਨਾਂ ਖੂਹਾਂ ਤੋਂ ਪਾਣੀ ਵੀ ਪੀਤੇ ਨੇ, ਉਹਨਾਂ ਖੂਹਾਂ ਦੇ ਪਾਣੀ ਨਾਲ ਨਹਾਤੇ ਵੀ ਹਾਂ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਮਸਜਿਦ, ਜਿਹੜੀ ਜਾਮਿਆ ਮਸਜਿਦ ਵੀਡੀਓ ਦੇ ਵਿੱਚ ਆਏਗੀ, ਉਹਦੇ ਵਿੱਚ ਉੱਥੇ ਉਹ ਪਹਿਲੇ ਗੁਰਦੁਆਰਾ ਹੁੰਦਾ ਸੀ। ਜਦੋਂ ਪਾਰਟੀਸ਼ਨ ਹੋਈ ਆ ਉਸ ਵਕਤ ਉਹ ਗੁਰਦੁਆਰਾ ਸੀ, ਉਹਨੂੰ ਖਤਮ ਕਰਕੇ ਤੇ ਉੱਥੇ ਜਿਹੜਾ ਮਸਜਿਦ ਤਿਆਰ ਹੋਈ ਹੈ। ਤੇ ਉਸ ਤੋਂ ਇਲਾਵਾ ਗੁਰਦੁਆਰਾ ਹੋਰ ਤਾਂ ਕੋਈ ਨਹੀਂ ਸੀ। ਚਰਚ ਹੈ ਉਹ ਵੀ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਹੀ ਹੈ। ਤਬਦੀਲੀ ਤਾਂ ਉਹਦੇ 'ਚ ਆ ਗਈ ਹੈ, ਉਹਦਾ ਜਿਹੜਾ ਕੰਸਟਰਕਸ਼ਨ ਦੁਬਾਰਾ ਹੋ ਗਈ, ਲੇਕਿਨ ਬਿਲਡਿੰਗਾਂ ਜਿਹੜੀਆਂ ਨੇ ਅਸੀਂ ਦੇਖੀਆਂ ਨੇ ਪਹਿਲੇ ਜਦੋਂ ਪਾਰਟੀਸ਼ਨ ਹੋਈ ਹੈ ਉਹਦੇ ਵਿੱਚ ਬਿਲਡਿੰਗਾਂ ਅਸੀਂ ਸਾਰੀਆਂ ਦੇਖੀਆਂ ਨੇ। ਜ਼ਿਆਦਾ ਜਿਹੜਾ ਭੱਟੀ, ਰਾਜਪੂਤ ਇਹ ਜ਼ਿਆਦਾ ਨੇ। ਉਸ ਤੋਂ ਬਾਅਦ ਬਾਕੀ ਸਾਰੇ ਮਿਕਸ ਹੈਗੇ ਨੇ। ਗੁੱਜਰ ਵੀ ਕਾਫੀ ਨੇ, ਨੰਬਰਦਾਰ ਵੀ ਗੁੱਜਰ ਬਰਾਦਰੀ ਦਾ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤਕਰੀਬਨ ਸਾਰੇ ਕਾਫੀ ਸਾਰੇ 7-8 ਬਰਾਦਰੀਆਂ ਹੈਗੀਆਂ ਨੇ ਜਿਹੜੀਆਂ ਮੇਨ ਹੈਗੀਆਂ ਨੇ। ਰਾਈ ਵੀ ਹੈਗੇ ਨੇ, ਜੱਟ ਵੀ ਹੈਗੇ ਨੇ, ਰਾਜਪੂਤ ਵੀ ਨੇ, ਭੱਟੀ ਵੀ ਨੇ। ਆਪਣੇ ਪਿੰਡ 'ਚ 2 ਨੰਬਰਦਾਰ ਨੇ। ਤੇ ਇਸ ਟਾਈਮ ਜਿਹੜਾ ਇੱਕ ਮੇਨ ਹੈ, ਇੱਕ ਤੇ ਉਹ ਦੂਸਰੇ ਪਿੰਡ ਦਾ, ਉਹਦੀ ਘਰ ਰੈਸ਼ ਜਿਹੜੀ ਹੈ ਇੱਕ ਪਿੰਡ ਛੱਡ ਕੇ ਉਸ ਤੋਂ ਅਗਲੇ ਪਿੰਡ 'ਚ ਹੈ। ਕਿਉਂਕਿ ਜਦੋਂ ਪਾਰਟੀਸ਼ਨ ਹੋਈ ਆ ਕੁਛ ਲੋਕਾਂ ਨੂੰ ਜ਼ਮੀਨਾਂ ਐਸਾ ਪਿੰਡ ਦੀਆਂ ਜ਼ਮੀਨਾਂ ਸੀ ਉਹਨਾਂ ਨੂੰ ਅਲਾਟ ਹੋ ਗਈਆਂ ਸੀ ਤੇ ਉਸ ਕਰਕੇ ਫਿਰ ਉਹਨਾਂ ਦੀ 1 ਨੰਬਰਦਾਰੀ ਉਧਰ ਚਲੀ ਗਈ, 1 ਨੰਬਰਦਾਰੀ ਇੱਥੇ ਹੈ। ਜਿਹੜਾ ਸਾਡੇ ਇਸ ਟਾਈਮ ਨੰਬਰਦਾਰ ਨੇ ਉਹਨਾਂ ਦਾ ਅਬਦੁੱਲਾ ਵਹੀਦ ਗੁੱਜਰ ਹੈ। ਪਿੰਡ 'ਚ ਜਿਹੜਾ ਗੌਰਮੈਂਟ ਦੇ ਪ੍ਰਾਇਮਰੀ ਸਕੂਲ ਹੈਗਾ ਬੱਚਿਆਂ ਦਾ, ਲੇਕਿਨ ਉਹਦੇ 'ਚ ਆਫਟਰਨੂਨ ਕਲਾਸਾਂ ਚੱਲੀਆਂ ਸੀ ਲਾਸਟ ਈਅਰ ਤੋਂ, ਉਹਦੇ 'ਚ ਉਹਨਾਂ ਨੇ ਮਿਡਲ ਤੱਕ ਕਰ ਦਿੱਤਾ। ਬੱਚਿਆਂ ਦਾ ਜਿਹੜਾ ਉਹ ਹਾਈ ਚੱਲ ਰਿਹਾ, ਹਾਈ ਸਕੂਲ ਹੈ। ਤੇ ਉਸ ਤੋਂ ਇਲਾਵਾ ਡਿਸਪੈਂਸਰੀ ਗੌਰਮੈਂਟ ਦੀ ਕੋਈ ਨਹੀਂ ਹੈ, ਪ੍ਰਾਈਵੇਟ ਕਲੀਨਿਕ ਹੈ ਨੇ 2-3, ਉਹ ਨਿਜ਼ਾਮ ਚੱਲ ਰਿਹਾ ਹੈ। ਸੂਈ ਗੈਸ ਨਹੀਂ ਹਾਲੇ ਤੱਕ ਹੈ। ਵਾਟਰ ਸਪਲਾਈ ਪਹਿਲੇ ਚੱਲਦਾ ਰਿਹਾ। ਕੁਛ ਲੋਕਾਂ ਦੇ ਸਾਡੇ ਅਦਮ ਤਵੱਜੋ ਦੀ ਵਜ੍ਹਾ ਤੋਂ ਫਲਾਪ ਹੋ ਗਿਆ। ਲੋਕ ਬਿੱਲ ਨਾ ਇਕੱਠਾ ਕਰਨਾ ਜ਼ਾਹਰ ਹੈ, ਬਿਜਲੀ ਜਦੋਂ ਪਾਣੀ ਆਉਣਾ ਤਾਂ ਬਿੱਲ ਤੇ ਆਉਣਾ ਹੀ ਸੀ। ਉਹਦੇ 'ਚ ਲੋਕਾਂ ਦੀ ਦਿਲਚਸਪੀ ਘੱਟ ਸੀ। ਤੇ ਬਾਕੀ ਵਾਟਰ ਸਪਲਾਈ ਸਾਰੇ ਇਲਾਕੇ ਤੋਂ ਪਹਿਲੇ ਇੱਥੇ ਹੈਗਾ ਸੀ। ਅਸੀਂ ਉਸ ਵਾਟਰ ਸਪਲਾਈ ਦਾ ਲੈਂਦੇ ਰਹੇ, ਮੁਫੀਦ ਹੁੰਦੇ ਰਹੇ ਉਹਦੇ ਤੋਂ, ਲੇਕਿਨ ਇਸ ਟਾਈਮ ਉਹ ਖਲਾਪ ਹੋ ਗਿਆ। ਪਾਣੀ ਹੈ ਇੱਥੋਂ ਅਸੀਂ ਬਾਹਰੋਂ ਪਿੰਡੋਂ ਲਿਆਈਦਾ, ਪਿੰਡ ਦੇ ਬਾਹਰ ਇੱਕ ਹੈਗਾ ਨਿਜ਼ਾਮ, ਉੱਥੋਂ ਪਾਣੀ ਭਰ ਕੇ ਸਾਰੇ ਲਿਆਉਂਦੇ ਨੇ। ਪਾਣੀ ਪਿੰਡ ਦੀ ਜ਼ਮੀਨ ਦਾ ਜਿਹੜਾ ਪੀਣ ਵਾਲਾ ਪਾਣੀ ਨਹੀਂ ਹੈ, ਬਾਕੀ ਨਿਜ਼ਾਮ ਚੱਲ ਜਾਂਦਾ, ਕੱਪੜੇ ਧੋਤੇ ਜਾਂਦੇ ਨੇ, ਉਹਦੇ ਨਾਲ ਬੰਦਾ ਨਹਾ ਸਕਦਾ, ਲੇਕਿਨ ਪੀਣ ਦੇ ਕਾਬਲ ਨਹੀਂ ਦਾ। ਪਿੰਡ ਦੇ ਜਿਹੜੇ ਵਿੱਚ ਰਹਿائش ਵਾਲਾ, ਪਿੰਡ ਦੀ ਬਾਹਰਲੀ ਸਾਈਡ ਤੋਂ ਪਾਣੀ ਲੋਕ ਭਰ ਕੇ ਲਿਆਉਂਦੇ ਨੇ ਪੀਣ ਨੂੰ। ਜਿਹੜੀ ਪਿੰਡ ਦੀ ਆਬਾਦੀ ਹੈ, ਆਬਾਦੀ ਤਕਰੀਬਨ 2 ਤੋਂ 2.5 ਮਰਬੇ ਦੇ ਵਿੱਚ ਹੈ। ਤੇ ਜ਼ਰਈ ਰਕਬੇ ਦੇ ਅਗਰ ਲਿਹਾਜ਼ ਨਾਲ ਦੇਖਿਆ ਜਾਵੇ ਪਿੰਡ ਦਾ ਤਕਰੀਬਨ 65 ਮਰਬੇ ਜ਼ਮੀਨ ਹੈ। ਉਹਦੇ 'ਚੋਂ ਸਾਡੇ ਪਿੰਡ ਦੇ ਵਿੱਚ ਸੇਮਜ਼ਦਾ ਇਲਾਕਾ ਜ਼ਿਆਦਾ ਹੈ, ਆਬਾਦਕਾਰ ਘੱਟ ਹੈ। ਉਸ ਤੋਂ ਵੱਡੀ ਸਾਡੇ ਸਾਰਿਆਂ ਨਾਲੋਂ ਵੱਡਾ ਮਸਲਾ ਹੈਗਾ ਪਾਣੀ ਦਾ। ਪਾਣੀ ਫੀ ਏਕੜ ਜਿਹੜਾ ਹੈਗਾ ਜੀ ਸਿਰਫ 8 ਮਿੰਟ ਹੈ। 8 ਮਿੰਟ ਨਾਲ ਪਾਣੀ ਦਾ ਨਿਜ਼ਾਮ ਕਿੱਦਾਂ ਬੰਦਾ ਕਰੇਗਾ। ਜਿਹੜੀ ਆਬਾਦ ਵੀ ਹੈ ਉਹ ਵੀ ਖਰਾਬ ਹੋਈ ਜਾ ਰਹੀ ਹੈ ਪਾਣੀ ਦੀ ਨਾ ਪਹੁੰਚ ਦੀ ਵਜ੍ਹਾ ਤੋਂ। ਪਾਣੀ ਸਾਨੂੰ ਇੱਕ ਪਿੰਡ ਛੱਡ ਕੇ ਅੱਗੇ ਆਉਂਦਾ ਤੇ ਉਹਦੀ ਵਜ੍ਹਾ ਤੋਂ ਪਾਣੀ ਦੀ ਬਹੁਤ ਕਮੀ ਹੈ ਇੱਥੇ। ਵਾਈ-ਬੀਜੀ ਬਹੁਤ ਲਿਮਿਟਿਡ ਮਿਕਦਾਰ 'ਚ ਹੈ ਤੇ ਜ਼ਿਆਦਾਤਰ ਜਿਹੜੇ ਹੈਗੇ ਨੇ ਕੁਛ ਲੋਕ ਪੜ੍ਹੇ ਲਿਖੇ ਨੇ, ਉਹ ਆਪਣਾ ਕੋਈ ਮਿਲਾਂ 'ਚ ਕੰਮ ਕਰਦੇ ਨੇ, ਕੁਛ ਸਰਕਾਰੀ ਅਫਸਰ ਵੀ ਆਏ ਨੇ। ਤੇ ਜਿਹੜਾ ਗਰੀਬ ਤਬਕਾ ਨਾ ਉਹ ਜ਼ਿਆਦਾ ਜਿਹੜਾ ਹੈਗਾ ਨਾ ਸਾਡੇ ਇੱਥੇ ਰੂਈ ਫੈਕਟਰੀਆਂ 'ਚ ਕੰਮ ਕਰਦੇ ਨੇ। ਰੂਈਆਂ ਦੇ ਪਿੰਜੇ ਲੱਗੇ ਨੇ, ਉਹ ਕੰਮ ਕਰਦੇ ਨੇ ਜਿਹੜੇ ਗਰੀਬ ਤਬਕੇ ਦੇ ਲੋਕ ਨੇ। ਉਸ ਤੋਂ ਇਲਾਵਾ ਮਿਕਸ ਕੰਮ ਤਾਂ ਸਾਰੇ ਹੀ ਹੁੰਦੇ ਨੇ, ਜ਼ਿਮੀਂਦਾਰੀ ਨਾਲ ਰਿਲੇਟਡ ਬਹੁਤ ਜ਼ਿਆਦਾ ਕੰਮ ਨਹੀਂ ਹੈ ਇੱਥੇ। ਗੰਦਮ ਹੈ ਮੇਨ, ਗੰਦਮ ਤੋਂ ਬਾਅਦ ਬਹੁਤ ਲਿਮਿਟ ਦੇ ਵਿੱਚ ਕੰਮ ਆ ਜਾਂਦਾ, ਕਮਾਦ ਆ ਜਾਂਦਾ। ਉਸ ਤੋਂ ਬਾਅਦ ਛੋਟੀ ਮੋਟੀ ਫਸਲਾਂ, ਬਾਕੀ ਚਾਰੇ। ਮੈਂ ਆਪਣੀ ਜ਼ਿੰਦਗੀ 'ਚ ਦੇਖਿਆ ਕਿ ਇੱਥੇ ਨਾ ਕੁਛ ਇਨਸੀਡੈਂਟ ਹੋਏ ਨੇ। ਇੱਕ ਬੰਦਾ ਕੋਈ ਉਹਦੇ ਨਾਲ ਜ਼ਿਆਦਤੀ ਹੋ ਗਈ, ਕਤਲ ਹੋ ਗਿਆ, ਜਾਂ ਕੋਈ ਮਾਰ ਦਿੱਤਾ ਗਿਆ, ਜਾਂ ਕੋਈ ਹੋਰ ਐਕਸੀਡੈਂਟ ਹੋ ਗਿਆ। ਇੱਕ ਇਨਸੀਡੈਂਟ ਹੈ। ਅਗਰ ਕੋਈ ਐਸਾ ਇਨਸੀਡੈਂਟ ਹੋ ਗਿਆ, ਮੈਂ ਆਪਣੇ ਪਿੰਡ 'ਚ ਜਿੱਦਾਂ ਦਾ ਕੋਆਪਰੇਟਿਵ ਲੋਕਾਂ ਨੂੰ ਦੇਖਿਆ, ਮੈਂ ਕਿਸੇ ਪਿੰਡ 'ਚ ਨਹੀਂ ਦੇਖਿਆ ਹੋਏਗਾ। ਇੰਨੇ ਮੁਹੱਬਤ ਵਾਲੇ ਲੋਕ ਨੇ ਕਿ ਉਸ ਬੰਦੇ ਦੇ ਨਾਲ ਉਹਦੇ ਦੁੱਖ ਦੇ ਵਿੱਚ ਸਾਂਝੇ ਇੰਨੇ ਨੇ ਕਿ ਉਹਨੂੰ ਜਿਹੜਾ ਕੁਦਰਤ ਵੱਲੋਂ ਆ ਗਿਆ ਉਹ ਤਾਂ ਬੰਦਾ ਕੋਈ ਕਿਸੇ ਦਾ ਨਿਮੋਲ ਬਦਲ ਦੇ ਨਹੀਂ ਸਕਦਾ, ਲੇਕਿਨ ਉਹਦੇ ਨਾਲ ਸਪੋਰਟ ਹੈ ਮਾਲੀ ਤੌਰ 'ਤੇ ਉਹਨੂੰ ਇੰਨੇ ਕੁ ਕੀਤਾ ਨੇ ਕਿ ਉਹਨੂੰ ਆਪਣੇ ਪੈਰਾਂ 'ਤੇ ਸਟੈਂਡ ਜ਼ਰੂਰ ਕੀਤਾ ਨੇ। ਨਾਮ ਲੈਣ ਤੋਂ ਬਗੈਰ ਇੱਕ ਮੇਰੇ ਪਿੰਡ 'ਚ ਅਲਹਮਦੁਲਿਲਾ ਬੈਂਕਰ ਵੀ ਹੈਗੇ ਨੇ, ਮੇਰੇ ਪਿੰਡ 'ਚ ਐਡਵੋਕੇਟ ਵੀ ਹੈਗੇ ਨੇ, ਅਲਹਮਦੁਲਿਲਾ ਐਜੂਕੇਟ ਅਫੀਸਰ ਵੀ ਆਏ ਨੇ, ਸਕੂਲ ਟੀਚਰ ਵੀ ਆਏ ਨੇ, ਫੀਮੇਲ ਦੇ ਵਿੱਚ ਵੀ ਇਸੇ ਤਰ੍ਹਾਂ ਸਾਰੇ ਮਹਿਕਮਿਆਂ ਦੇ ਵਿੱਚ ਅਲਹਮਦੁਲਿਲਾ ਲੋਕ ਜਿਹੜੇ ਹੈਗੇ ਨੇ ਬਰਸਰੇ ਰੋਜ਼ਗਾਰ, ਗੌਰਮੈਂਟ 'ਚ ਵੀ, ਪ੍ਰਾਈਵੇਟ ਸੈਕਟਰ 'ਚ ਵੀ ਸਾਰੇ ਹੈਗੇ ਨੇ ਅਲਹਮਦੁਲਿਲਾ, ਪੁਲਿਸ ਦੇ ਵਿੱਚ ਵੀ ਆਏ ਨੇ। ਤੇ ਨਾਮ ਲਿਆ ਜਿਹੜਾ ਥੋੜ੍ਹਾ ਜਿਹਾ ਨਾ ਉਹ ਬੰਦੇ ਨੂੰ ਵਕਤੀ ਤੌਰ 'ਤੇ ਨਹੀਂ ਵੀ ਯਾਦ ਹੁੰਦਾ। ਮੈਂ ਜਦ ਛੋਟਾ ਸੀ, ਜਦ ਮੈਂ ਪੜ੍ਹਦਾ ਹੁੰਦਾ ਸੀ, ਮੈਨੂੰ ਉਦੋਂ ਯਾਦ ਹੈ ਕਿ ਮੇਰੇ ਗਾਉਂ ਦੀ ਇੱਕ ਹਾਕੀ ਟੀਮ ਹੁੰਦੀ ਸੀ ਔਰ ਉਹਦਾ ਪੂਰੇ ਡਿਸਟ੍ਰਿਕਟ ਦੇ ਵਿੱਚ ਨਾਮ ਸੀ। ਮੈਂ ਉਹਨਾਂ ਨੂੰ ਆਪਣੀ ਅੱਖਾਂ ਨਾਲ ਦੇਖਿਆ, ਇੱਕ ਨਾਮ ਸੀ, ਇੱਕ ਬ੍ਰਾਂਡ ਸੀ ਉਹ।
ਲੋਕ ਦੇਖਣ ਆਉਂਦੇ ਸੀ, ਮੈਚ ਹੁੰਦੇ ਸੀ। ਲੇਕਿਨ ਉਹ ਵਕਤ ਦੇ ਨਾਲ ਵਕਤ ਦੀਆਂ ਐਸੀਆਂ ਹਾਲਾਤ ਨੇ ਰੋਜ਼ ਦੀਆਂ ਪਿੱਛੇ ਲੋਕ ਰੁੱਲ ਜਾਂਦੇ ਨੇ ਤੇ ਬਸ ਉਹ ਸਾਰਾ ਕੁਝ ਦੂਰ ਹੋ ਗਿਆ। ਹੁਣ ਕ੍ਰਿਕਟ ਹੈਗੀ ਹੈ ਇੱਕ, ਬਸ ਉਹ ਕ੍ਰਿਕਟ ਤੋਂ ਇਲਾਵਾ ਜਾਂ ਕੋਈ ਸ਼ਾਮ ਨੂੰ ਫੁੱਟਬਾਲ ਨੇ ਬੱਚੇ, ਉਹ ਐਂਟਰਟੇਨ ਹੈਗੀ ਹੈ, ਗਰਾਊਂਡ ਹੈਗਾ ਉੱਥੇ, ਕ੍ਰਿਕਟ ਹੈ, ਫੁੱਟਬਾਲ ਹੈ, 2 ਚੀਜ਼ਾਂ ਹੁੰਦੀਆਂ ਨੇ। ਜਿਹੜਾ ਪਹਿਲੇ ਸੀ ਬਹੁਤ ਪਿੱਛੇ ਚਲੇ ਜਾਈਏ, ਅੱਜ ਤੋਂ ਕੋਈ 15-20 ਸਾਲ ਪਹਿਲੇ, ਉਸਲੇ ਸਾਡਾ ਜਿਹੜਾ ਅਸੀਂ ਥਾਣਾ ਸਤਿਆਣਾ ਹੁੰਦਾ ਸੀ, ਉਦੋਂ ਸਾਨੂੰ ਬਹੁਤ ਜ਼ਿਆਦਾ ਦਿੱਕਤ ਸੀ। ਸਾਡਾ ਜਿਹੜਾ ਵਾਪਟਾ ਸੈਕਟਰ ਸੀ ਉਹ ਵੀ ਸਾਨੂੰ ਸਤਿਆਣੇ ਵਾਲੇ ਉਹ ਜੜ੍ਹਾਂ ਵਾਲੇ ਮਿਲਿਆ ਸੀ, ਉਹਦੇ ਨਾਲ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਸੀ। ਜਦੋਂ ਦਾ ਸਾਨੂੰ ਉੱਧਰੋਂ ਕੱਟ ਕੇ ਇਹਨਾਂ ਨੇ ਡਿਸਕੋਡ ਨਾ ਕਰ ਦਿੱਤਾ, ਸਾਨੂੰ ਸਾਰੀਆਂ ਸਹੂਲਤਾਂ ਡਿਸਕੋਡ 5 ਕਿਲੋਮੀਟਰ 'ਤੇ ਹੈ। ਲੋਕ ਇਸੇ ਤਰ੍ਹਾਂ ਹੀ 5 ਕਿਲੋਮੀਟਰ ਦਾ ਇੱਦਾਂ ਹੀ ਫੀਲ ਹੁੰਦਾ, ਮੋਟਰਸਾਈਕਲ 'ਤੇ ਬੈਠੇ 5 ਮਿੰਟ 'ਚ ਡਿਸਕੋਡ ਸਾਰਾ ਫੈਸਿਲਿਟੇਟ ਹੈ, ਸਾਰੀਆਂ ਸਹੂਲਤਾਂ ਮੌਜੂਦ ਨੇ। ਮੈਂ ਆਪਣੇ ਪਿੰਡ 'ਚ ਇੱਦਾਂ ਦੀ ਕੋਈ ਚੀਜ਼ ਨਹੀਂ ਦੇਖੀ। ਇੱਕਾ ਦੁੱਕਾ ਯਾਰ ਉਹ ਤਾਂ ਸ਼ਹਿਰ ਦੇ ਚੌਕ ਚੌਰਾਹੇ 'ਤੇ ਵੀ ਹੋ ਜਾਂਦੀ, ਇਸ ਚੀਜ਼ ਨੂੰ ਅਸੀਂ ਉਹ ਮੈਂਸ਼ਨ ਨਹੀਂ ਕਰ ਸਕਦੇ। ਇੱਕਾ ਦੁੱਕਾ ਕਿਸੇ ਦਾ ਝਗੜਾ ਹੋ ਜਾਣਾ, ਇਹਦਾ ਤਾਂ ਘਰ 2 ਭੈਣ ਭਰਾ ਬੈਠੇ ਹੋਣ ਉਹ ਵੀ ਬੋਲ ਪੈਂਦੇ ਨੇ। ਲੇਕਿਨ ਮੇਰਾ ਪਿੰਡ ਇਹਨਾਂ ਚੀਜ਼ਾਂ ਤੋਂ ਪਾ ਕੇ ਅਲਹਮਦੁਲਿਲਾ, ਮੇਰੇ ਪਿੰਡ 'ਚ ਅਮਨ ਹੈ, ਮੇਰੇ ਪਿੰਡ 'ਚ ਮੁਹੱਬਤ ਹੈ। ਮੈਂ ਤੁਹਾਡੇ ਨਾਲ ਇੱਥੇ ਗਲੀਆਂ 'ਚ ਫਿਰ ਕੇ ਤੁਹਾਨੂੰ ਦੇਖ ਲਓ, ਹਰ ਬੰਦਾ ਮੁਹੱਬਤ ਨਾਲ ਮਿਲੇਗਾ, ਤੁਹਾਨੂੰ ਚਾਹਤ ਮਿਲੇਗੀ, ਮਹਿਸੂਸ ਹੋਏਗਾ ਕਿ ਉਹੀ ਪਿੰਡ ਵਾਲੇ ਲੋਕ ਨੇ, ਇੱਕ ਦੂਸਰੇ ਨਾਲ ਮੁਹੱਬਤ ਕਰਨ ਵਾਲੇ।